ਸਤਿ ਸ਼੍ਰੀ ਅਕਾਲ ਜੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਇਨਫੋਟੇਨਮੈਂਟ ਜ਼ੋਨ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਗ੍ਰੇਟ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਬੈਥ II ਦਾ ਇਤਿਹਾਸ ਬਾਰੇ। ਗ੍ਰੇਟ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਬੈਥ II ਬ੍ਰਿਟਿਸ਼ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਬਾਦਸ਼ਾਹ ਸੀ। ਉਸਨੇ ਆਪਣੀ ਪਲੈਟੀਨਮ ਜੁਬਲੀ ਦੇ ਨਾਲ ਜੂਨ 2022 ਵਿੱਚ ਗੱਦੀ ਤੇ 70 ਸਾਲ ਪੂਰੇ ਕੀਤੇ। ਮਹਾਰਾਣੀ ਐਲਿਜ਼ਬੈਥ II 6 ਫਰਵਰੀ 1952 ਨੂੰ ਰਾਣੀ ਬਣੀ ਅਤੇ 2 ਜੂਨ 1953 ਨੂੰ ਤਾਜ ਪਹਿਨਿਆ। ਉਹ ਰਾਜਕੁਮਾਰ ਚਾਰਲਸ ਦੀ ਮਾਂ, ਗੱਦੀ ਦੀ ਵਾਰਸ ਅਤੇ ਨਾਲ ਹੀ ਪ੍ਰਿੰਸ ਵਿਲੀਅਮ ਅਤੇ ਹੈਰੀ ਦੀ ਦਾਦੀ ਸੀ। ਬ੍ਰਿਟਿਸ਼ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਬਾਦਸ਼ਾਹ ਦੇ ਰੂਪ ਵਿੱਚ ਉਸਨੇ ਤਾਜ ਨਾਲ ਜੁੜੀਆਂ ਪਰੰਪਰਾਵਾਂ ਨੂੰ ਕਾਇਮ ਰੱਖਦੇ ਹੋਏ ਆਪਣੇ ਸ਼ਾਸਨ ਨੂੰ ਵਧੇਰੇ ਆਧੁਨਿਕ ਅਤੇ ਬਦਲਦੀ ਜਨਤਾ ਪ੍ਰਤੀ ਸੰਵੇਦਨਸ਼ੀਲ ਬਣਾਉਣ ਦੀ ਕੋਸ਼ਿਸ਼ ਕੀਤੀ। ਐਲਿਜ਼ਬੈਥ II ਦੀ ਮੌਤ 8 ਸਤੰਬਰ 2022 ਨੂੰ 96 ਸਾਲ ਦੀ ਉਮਰ ਵਿੱਚ ਹੋਈ। ਮਹਾਰਾਣੀ ਐਲਿਜ਼ਬੈਥ II ਦਾ ਜਨਮ 21 ਅਪ੍ਰੈਲ 1926 ਨੂੰ ਲੰਡਨ ਵਿੱਚ ਕਿੰਗ ਜਾਰਜ VI ਅਤੇ ਐਲਿਜ਼ਬੈਥ ਬੋਵਿਸ ਲਿਓਨ ਦੇ ਘਰ ਰਾਜਕੁਮਾਰੀ ਐਲਿਜ਼ਬੈਥ ਅਲੈਗਜ਼ੈਂਡਰਾ ਮੈਰੀ ਦਾ ਜਨਮ ਹੋਇਆ ਸੀ। ਆਪਣੇ ਜਨਮ ਦੇ ਸਮੇਂ ਜ਼ਿਆਦਾਤਰ ਲੋਕਾਂ ਨੂੰ ਇਹ ਅਹਿਸਾਸ ਨਹੀਂ ਸੀ ਕਿ ਐਲਿਜ਼ਬੈਥ ਕਿਸੇ ਦਿਨ ਗ੍ਰੇਟ ਬ੍ਰਿਟੇਨ ਦੀ ਰਾਣੀ ਬਣ ਜਾਵੇਗੀ। ਐਲਿਜ਼ਬੈਥ, ਜਿਸ ਦਾ ਉਪਨਾਮ ਲਿਲੀਬੇਟ ਹੈ, ਉਸਨੇ ਆਪਣੀ ਜ਼ਿੰਦਗੀ ਦੇ ਪਹਿਲੇ ਦਹਾਕੇ ਨੂੰ ਸ਼ਾਹੀ ਹੋਣ ਦੇ ਸਾਰੇ ਵਿਸ਼ੇਸ਼ ਅਧਿਕਾਰਾਂ ਦੇ ਨਾਲ ਜ਼ਾਹਰ ਵਾਰਸ ਹੋਣ ਦੇ ਦਬਾਅ ਤੋਂ ਬਿਨਾਂ ਆਨੰਦ ਮਾਣਿਆ। ਐਲਿਜ਼ਬੈਥ ਅਤੇ ਉਸਦੀ ਛੋਟੀ ਭੈਣ ਮਾਰਗਰੇਟ ਨੂੰ ਘਰ ਵਿੱਚ ਟਿਊਟਰਾਂ ਦੁਆਰਾ ਸਿੱਖਿਆ ਦਿੱਤੀ ਗਈ ਸੀ। ਅਕਾਦਮਿਕ ਕੋਰਸਾਂ ਵਿੱਚ ਫ੍ਰੈਂਚ, ਗਣਿਤ ਅਤੇ ਇਤਿਹਾਸ ਦੇ ਨਾਲ-ਨਾਲ ਨਾਚ, ਗਾਉਣ ਅਤੇ ਕਲਾ ਦੇ ਪਾਠ ਸ਼ਾਮਲ ਸਨ। 1939 ਵਿੱਚ ਦੂਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦੇ ਨਾਲ ਐਲਿਜ਼ਬੈਥ ਅਤੇ ਉਸਦੀ ਭੈਣ ਜ਼ਿਆਦਾਤਰ ਲੰਡਨ ਤੋਂ ਬਾਹਰ ਹੀ ਰਹੇ। ਉੱਥੋਂ ਉਸਨੇ 1940 ਵਿੱਚ ਆਪਣਾ ਪਹਿਲਾ ਮਸ਼ਹੂਰ ਰੇਡੀਓ ਪ੍ਰਸਾਰਣ ਕੀਤਾ ਅਤੇ ਇਸ ਵਿਸ਼ੇਸ਼ ਭਾਸ਼ਣ ਨਾਲ ਬ੍ਰਿਟੇਨ ਦੇ ਉਹਨਾਂ ਬੱਚਿਆਂ ਨੂੰ ਭਰੋਸਾ ਦਿਵਾਇਆ ਜੋ ਉਹਨਾਂ ਦੇ ਘਰਾਂ ਤੇ ਪਰਿਵਾਰਾਂ ਤੋਂ ਬਾਹਰ ਕੱਢੇ ਗਏ ਸੀ। 14 ਸਾਲਾਂ ਦੀ ਰਾਜਕੁਮਾਰੀ ਨੇ ਆਪਣੀ ਸ਼ਾਂਤ ਅਤੇ ਦ੍ਰਿੜ ਸ਼ਖਸੀਅਤ ਦਿਖਾਉਂਦੇ ਹੋਏ ਉਹਨਾਂ ਨੂੰ ਕਿਹਾ ਕਿ ਅੰਤ ਵਿੱਚ ਸਭ ਠੀਕ ਹੋ ਜਾਵੇਗਾ, ਕਿਉਂਕਿ ਰੱਬ ਸਾਡੀ ਦੇਖਭਾਲ ਕਰੇਗਾ ਅਤੇ ਸਾਨੂੰ ਜਿੱਤ ਅਤੇ ਸ਼ਾਂਤੀ ਦੇਵੇਗਾ। ਐਲਿਜ਼ਬੈਥ ਨੇ ਜਲਦੀ ਹੀ ਹੋਰ ਜਨਤਕ ਫਰਜ਼ ਨਿਭਾਉਣੇ ਸ਼ੁਰੂ ਕਰ ਦਿੱਤੇ। ਆਪਣੇ ਪਿਤਾ ਦੁਆਰਾ ਗ੍ਰੇਨੇਡੀਅਰ ਗਾਰਡਸ ਦਾ ਕਰਨਲ ਇਨ ਚੀਫ ਨਿਯੁਕਤ ਕੀਤਾ ਗਿਆ। ਐਲਿਜ਼ਬੈਥ ਨੇ 1942 ਵਿੱਚ ਸੈਨਿਕਾਂ ਦਾ ਨਿਰੀਖਣ ਕਰਦੇ ਹੋਏ ਆਪਣੀ ਪਹਿਲੀ ਜਨਤਕ ਪੇਸ਼ਕਾਰੀ ਕੀਤੀ। ਉਸਨੇ ਬ੍ਰਿਟੇਨ ਵਿੱਚ ਅਧਿਕਾਰਤ ਦੌਰਿਆਂ ਤੇ ਆਪਣੇ ਮਾਤਾ-ਪਿਤਾ ਦੇ ਨਾਲ ਵੀ ਜਾਣਾ ਸ਼ੁਰੂ ਕੀਤਾ। ਜਦੋਂ 1936 ਵਿੱਚ ਐਲਿਜ਼ਬੈਥ ਦੇ ਦਾਦਾ ਜਾਰਜ 5ਵੇਂ ਦੀ ਮੌਤ ਹੋ ਗਈ ਤਾਂ ਉਸਦਾ ਸਭ ਤੋਂ ਵੱਡਾ ਪੁੱਤਰ ਰਾਜਾ ਐਡਵਰਡ 8ਵਾਂ ਬਣਿਆ। ਐਡਵਰਡ ਹਾਲਾਂਕਿ ਅਮਰੀਕੀ ਤਲਾਕਸ਼ੁਦਾ ਵਾਰਿਸ ਸਿੰਪਸਨ ਨਾਲ ਪਿਆਰ ਵਿੱਚ ਸੀ ਅਤੇ ਉਸਨੂੰ ਤਾਜ ਅਤੇ ਉਸਦੇ ਦਿਲ ਵਿੱਚ ਇੱਕ ਦੀ ਚੋਣ ਕਰਨੀ ਪਈ। ਅੰਤ ਵਿੱਚ ਐਡਵਰਡ ਨੇ ਸਿੰਪਸਨ ਨੂੰ ਚੁਣਿਆ ਅਤੇ ਤਾਜ ਨੂੰ ਤਿਆਗ ਦਿੱਤਾ। ਇਸ ਘਟਨਾ ਨੇ ਉਸਦੇ ਜੀਵਨ ਦਾ ਰੁਖ ਬਦਲ ਦਿੱਤਾ, ਜਿਸ ਨਾਲ ਉਹ ਬ੍ਰਿਟਿਸ਼ ਤਾਜ ਦੀ ਵਾਰਸ ਬਣ ਗਈ। ਉਸਦੇ ਪਿਤਾ ਨੂੰ 1937 ਵਿੱਚ ਕਿੰਗ ਜਾਰਜ VI ਦਾ ਤਾਜ ਪਹਿਨਾਇਆ ਗਿਆ ਸੀ। ਉਸਨੇ ਆਪਣੇ ਪਿਤਾ ਨਾਲ ਨਿਰੰਤਰਤਾ ਤੇ ਜ਼ੋਰ ਦੇਣ ਲਈ ਜਾਰਜ ਦਾ ਨਾਮ ਲਿਆ ਸੀ। ਉਸਦੀ ਮਾਂ ਰਾਣੀ ਐਲਿਜ਼ਬੈਥ ਬਣ ਗਈ। 1952 ਵਿੱਚ ਕਿੰਗ ਜਾਰਜ ਦੀ ਮੌਤ ਤੇ ਉਹ ਰਾਣੀ ਮਾਂ ਬਣ ਗਈ ਅਤੇ ਉਸਦੀ ਧੀ ਰਾਣੀ ਐਲਿਜ਼ਬੈਥ II ਬਣੀ। ਐਲਿਜ਼ਬੈਥ ਨੂੰ 25 ਸਾਲ ਦੀ ਉਮਰ ਵਿੱਚ ਵੈਸਟਮਿੰਸਟਰ ਐਬੇ ਵਿੱਚ 2 ਜੂਨ 1953 ਨੂੰ ਮਹਾਰਾਣੀ ਐਲਿਜ਼ਬੈਥ II ਦਾ ਤਾਜ ਪਹਿਨਾਇਆ ਗਿਆ ਸੀ। ਐਲਿਜ਼ਬੈਥ ਨੇ 6 ਫਰਵਰੀ 1952 ਨੂੰ ਸੱਤਾਧਾਰੀ ਬਾਦਸ਼ਾਹ ਦੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਜਦੋਂ ਉਸਦੇ ਪਿਤਾ ਕਿੰਗ ਜਾਰਜ VI ਦੀ ਮੌਤ ਹੋ ਗਈ। ਪਹਿਲੀ ਵਾਰ ਤਾਜਪੋਸ਼ੀ ਸਮਾਰੋਹ ਟੈਲੀਵਿਜ਼ਨ ਤੇ ਪ੍ਰਸਾਰਿਤ ਕੀਤਾ ਗਿਆ ਸੀ, ਜਿਸ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਇਸ ਸਮਾਗਮ ਦੀ ਰੌਣਕ ਅਤੇ ਤਮਾਸ਼ਾ ਦੇਖਣ ਦੀ ਇਜਾਜ਼ਤ ਦਿੱਤੀ ਗਈ ਸੀ। ਐਲਿਜ਼ਬੈਥ ਨੇ 20 ਨਵੰਬਰ 1947 ਨੂੰ ਲੰਡਨ ਦੇ ਵੈਸਟਮਿੰਸਟਰ ਐਬੇ ਵਿਖੇ ਆਪਣੇ ਦੂਰ ਦੇ ਚਚੇਰੇ ਭਰਾ ਫਿਲਿਪ ਮਾਊਂਟਬੈਟਨ ਨਾਲ ਵਿਆਹ ਕਰਵਾ ਲਿਆ। ਐਲਿਜ਼ਬੈਥ ਪਹਿਲੀ ਵਾਰ ਯੂਨਾਨ ਦੇ ਪ੍ਰਿੰਸ ਐਂਡਰਿਊ ਦੇ ਪੁੱਤਰ ਫਿਲਿਪ ਨੂੰ ਮਿਲੀ ਜਦੋਂ ਉਹ ਸਿਰਫ 13 ਸਾਲ ਦੀ ਸੀ। ਦੋਵੇਂ ਸਾਲਾਂ ਤੱਕ ਸੰਪਰਕ ਵਿੱਚ ਰਹੇ ਅਤੇ ਆਖਰਕਾਰ ਪਿਆਰ ਵਿੱਚ ਪੈ ਗਏ। ਐਲਿਜ਼ਬੈਥ ਸ਼ਾਂਤ ਅਤੇ ਰਾਖਵੀ ਸੀ, ਜਦੋਂ ਕਿ ਫਿਲਿਪ ਹੁਸ਼ਿਆਰ ਅਤੇ ਸਪਸ਼ਟ ਬੋਲਦਾ ਸੀ। ਫਿਲਿਪ ਦੀ ਮੌਤ 9 ਅਪ੍ਰੈਲ 2021 ਨੂੰ 99 ਸਾਲ ਦੀ ਉਮਰ ਵਿੱਚ ਹੋਈ। ਐਲਿਜ਼ਬੈਥ ਅਤੇ ਫਿਲਿਪ ਨੇ ਵਾਰਸ ਪੈਦਾ ਕਰਨ ਵਿੱਚ ਕੋਈ ਸਮਾਂ ਬਰਬਾਦ ਨਹੀਂ ਕੀਤਾ ਅਤੇ ਬੇਟੇ ਚਾਰਲਸ ਦਾ ਜਨਮ 1948 ਵਿੱਚ ਹੋਇਆ ਸੀ ਅਤੇ ਧੀ ਐਨੀ 1950 ਵਿੱਚ ਆਈ ਸੀ। ਐਲਿਜ਼ਬੈਥ ਦੇ 2 ਹੋਰ ਬੱਚੇ ਸਨ। ਕ੍ਰਮਵਾਰ 1960 ਅਤੇ 1964 ਵਿੱਚ ਪੁੱਤਰ ਐਂਡਰਿਊ ਅਤੇ ਐਡਵਰਡ। 1969 ਵਿੱਚ ਉਸਨੇ ਅਧਿਕਾਰਤ ਤੌਰ ਤੇ ਚਾਰਲਸ ਨੂੰ ਪ੍ਰਿੰਸ ਆਫ ਵੇਲਜ਼ ਦਾ ਖਿਤਾਬ ਦੇ ਕੇ ਆਪਣਾ ਉੱਤਰਾਧਿਕਾਰੀ ਬਣਾਇਆ। ਟੈਲੀਵਿਜ਼ਨ ਤੇ ਸਮਾਰੋਹ ਨੂੰ ਦੇਖਣ ਲਈ ਲੱਖਾਂ ਲੋਕ ਇਕੱਠੇ ਹੋਏ।
1981 ਵਿੱਚ 32 ਸਾਲਾ ਚਾਰਲਸ ਨੇ 19 ਸਾਲਾ ਡਾਇਨਾ ਸਪੈਂਸਰ ਨਾਲ ਵਿਆਹ ਕਰਵਾ ਲਿਆ। ਬਾਅਦ ਵਿੱਚ ਇਹ ਅਫਵਾਹਾਂ ਸਾਹਮਣੇ ਆਈਆਂ ਕਿ ਉਸਦੇ ਪਰਿਵਾਰ ਦੁਆਰਾ ਉਸ ਉੱਤੇ ਵਿਆਹ ਲਈ ਦਬਾਅ ਪਾਇਆ ਗਿਆ ਸੀ। ਵਿਆਹ ਨੇ ਲੰਡਨ ਦੀਆਂ ਗਲੀਆਂ ਵਿੱਚ ਭਾਰੀ ਭੀੜ ਖਿੱਚੀ ਅਤੇ ਲੱਖਾਂ ਲੋਕਾਂ ਨੇ ਟੈਲੀਵਿਜ਼ਨ ਤੇ ਕਾਰਵਾਈ ਵੇਖੀ। ਉਸ ਸਮੇਂ ਰਾਜਸ਼ਾਹੀ ਬਾਰੇ ਜਨਤਕ ਰਾਏ ਖਾਸ ਤੌਰ ਤੇ ਮਜ਼ਬੂਤ ਸੀ। ਚਾਰਲਸ ਅਤੇ ਡਾਇਨਾ ਨੇ ਐਲਿਜ਼ਬੇਥ ਦੇ ਪੋਤੇ ਪ੍ਰਿੰਸ ਵਿਲੀਅਮ ਨੂੰ ਜਨਮ ਦਿੱਤਾ, ਜਿਸ ਨੂੰ 2011 ਵਿੱਚ ਉਸਦੇ ਆਪਣੇ ਵਿਆਹ ਤੋਂ ਬਾਅਦ ਡਿਊਕ ਆਫ ਕੈਂਬਰਿਜ ਬਣਾਇਆ ਗਿਆ ਸੀ। ਐਲਿਜ਼ਬੇਥ ਇੱਕ ਸਮਰਪਿਤ ਦਾਦੀ ਵਜੋਂ ਉੱਭਰੀ ਹੈ। 22 ਜੁਲਾਈ 2013 ਨੂੰ ਐਲਿਜ਼ਬੇਥ ਦੇ ਪੋਤੇ ਵਿਲੀਅਮ ਅਤੇ ਉਸਦੀ ਪਤਨੀ ਕੈਥਰੀਨ ਡਚੈਸ ਆਫ ਕੈਂਬਰਿਜ ਨੇ ਆਪਣੇ ਪਹਿਲੇ ਬੱਚੇ ਜਾਰਜ ਅਲੈਗਜ਼ੈਂਡਰ ਲੂਇਸ ਦਾ ਸਵਾਗਤ ਕੀਤਾ, ਜੋ ਕਿ ਅਧਿਕਾਰਤ ਤੌਰ ਤੇ ਹਿਜ਼ ਰਾਇਲ ਹਾਈਨੈਸ ਪ੍ਰਿੰਸ ਜਾਰਜ ਆਫ ਕੈਂਬਰਿਜ ਵਜੋਂ ਜਾਣੇ ਜਾਂਦੇ ਸਿੰਘਾਸਨ ਦੇ ਉੱਤਰਾਧਿਕਾਰੀ ਸਨ। ਮਈ 2015 ਨੂੰ ਵਿਲੀਅਮ ਅਤੇ ਕੇਟ ਨੇ ਆਪਣੇ ਦੂਜੇ ਬੱਚੇ ਰਾਜਕੁਮਾਰੀ ਸ਼ਾਰਲੋਟ ਐਲਿਜ਼ਬੇਥ ਡਾਇਨਾ ਰਾਣੀ ਦੀ 5ਵੀਂ ਪੜਪੋਤੀ ਦਾ ਸਵਾਗਤ ਕੀਤਾ। 23 ਅਪ੍ਰੈਲ 2018 ਨੂੰ ਆਪਣੇ ਤੀਜੇ ਬੱਚੇ ਪ੍ਰਿੰਸ ਲੂਇਸ ਆਰਥਰ ਚਾਰਲਸ ਦੇ ਨਾਲ ਚਲੇ। 6 ਮਈ 2019 ਨੂੰ ਪ੍ਰਿੰਸ ਹੈਰੀ ਸਸੇਕਸ ਦੇ ਡਿਊਕ ਅਤੇ ਉਸਦੀ ਪਤਨੀ ਮੇਗਨ ਮਾਰਕਲ ਨੇ ਆਪਣੇ ਪੁੱਤਰ ਆਰਚੀ ਹੈਰਿਸਨ ਮਾਊਂਟਬੈਟਨ ਵਿੰਡਸਰ ਦੇ ਜਨਮ ਲਈ ਰਾਣੀ ਨੂੰ ਇੱਕ ਹੋਰ ਪੜਪੋਤੇ ਦਿੱਤੇ। ਪ੍ਰਿੰਸ ਵਿਲੀਅਮਸ ਅਤੇ ਪ੍ਰਿੰਸ ਹੈਰੀ ਤੋਂ ਇਲਾਵਾ ਰਾਣੀ ਨੇ ਹੋਰ ਪੋਤੇ-ਪੋਤੀਆਂ ਪੀਟਰ ਫਿਲਿਪਸ, ਯਾਰਕ ਦੀ ਰਾਜਕੁਮਾਰੀ ਬੀਟਰਿਸ, ਯਾਰਕ ਦੀ ਰਾਜਕੁਮਾਰੀ ਯੂਜੀਨੀ, ਜ਼ਾਰਾ ਟਿੰਡਨ, ਲੇਡੀ ਲੂਇਸ ਵਿੰਡਸਰ ਅਤੇ ਜੇਮਸ ਵਿਸਕਾਊਂਟ ਸੇਵਨਹਨ ਉਹ 10 ਦੀ ਪੜਦਾਦੀ ਵੀ ਸੀ। ਐਲਿਜ਼ਬੇਥ II ਦੇ ਪਿਤਾ ਅਤੇ ਮਾਤਾ ਯਾਰਕ ਦੇ ਡਿਊਕ ਅਤੇ ਡਚੈਸ ਵਜੋਂ ਜਾਣੇ ਜਾਂਦੇ ਸਨ। ਉਸਦੇ ਪਿਤਾ ਪ੍ਰਿੰਸ ਐਲਬਰਟ ਡਿਊਕ ਆਫ ਯਾਰਕ, ਮਹਾਰਾਣੀ ਮੈਰੀ ਅਤੇ ਕਿੰਗ ਜਾਰਜ 5ਵੇਂ ਦੇ ਦੂਜੇ ਪੁੱਤਰ ਸਨ। ਉਸਦੀ ਮਾਂ ਲੇਡੀ ਐਲਿਜ਼ਬੇਥ ਬੋਵਿਸ ਲਿਓਨ ਸੀ। ਐਲਿਜ਼ਬੇਥ ਦੇ ਯੂਰਪ ਦੇ ਜ਼ਿਆਦਾਤਰ ਰਾਜਿਆਂ ਨਾਲ ਸੰਬੰਧ ਸਨ। ਉਸਦੇ ਬ੍ਰਿਟਿਸ਼ ਪੂਰਵਜਾਂ ਵਿੱਚ ਮਹਾਰਾਣੀ ਵਿਕਟੋਰੀਆ ਅਤੇ ਕਿੰਗ ਜਾਰਜ III ਸ਼ਾਮਲ ਹਨ। ਇੱਕ ਸੰਵਿਧਾਨਕ ਬਾਦਸ਼ਾਹ ਵਜੋਂ ਐਲਿਜ਼ਬੇਥ ਨੇ ਰਾਜਨੀਤਿਕ ਮਾਮਲਿਆਂ ਤੇ ਭਾਰ ਨਹੀਂ ਪਾਇਆ ਅਤੇ ਨਾ ਹੀ ਉਸਨੇ ਆਪਣੇ ਰਾਜਨੀਤਿਕ ਵਿਚਾਰਾਂ ਨੂੰ ਪ੍ਰਗਟ ਕੀਤਾ। ਹਾਲਾਂਕਿ ਉਹ ਆਪਣੇ ਪ੍ਰਧਾਨ ਮੰਤਰੀਆਂ ਨਾਲ ਨਿਯਮਿਤ ਤੌਰ ਤੇ ਗੱਲਬਾਤ ਕਰਦੀ ਹੈ। ਜਦੋਂ ਐਲਿਜ਼ਬੇਥ ਰਾਣੀ ਬਣ ਗਈ, ਯੁੱਧ ਤੋਂ ਬਾਅਦ ਦੇ ਬ੍ਰਿਟਨ ਕੋਲ ਅਜੇ ਵੀ ਇੱਕ ਮਹੱਤਵਪੂਰਨ ਸਾਮਰਾਜ, ਸ਼ਾਸਨ ਅਤੇ ਨਿਰਭਰਤਾ ਸੀ। ਹਾਲਾਂਕਿ 1950 ਤੇ 1960 ਦੇ ਦਹਾਕੇ ਦੌਰਾਨ ਇਹਨਾਂ ਵਿੱਚੋਂ ਬਹੁਤ ਸਾਰੀਆਂ ਜਾਇਦਾਦਾਂ ਨੇ ਆਜ਼ਾਦੀ ਪ੍ਰਾਪਤ ਕੀਤੀ ਅਤੇ ਬ੍ਰਿਟਿਸ਼ ਸਾਮਰਾਜ ਰਾਸ਼ਟਰਮੰਡਲ ਦੇ ਰੂਪ ਵਿੱਚ ਵਿਕਸਿਤ ਹੋਇਆ। ਇਸ ਤਰ੍ਹਾਂ ਐਲਿਜ਼ਬੇਥ II ਨੇ ਰਾਸ਼ਟਰਮੰਡਲ ਦੇ ਮੁਖੀ ਅਤੇ ਬ੍ਰਿਟਨ ਦੇ ਪ੍ਰਤੀਨਿਧੀ ਦੇ ਤੌਰ ਤੇ ਦੂਜੇ ਦੇਸ਼ਾਂ ਦੇ ਦੌਰੇ ਕੀਤੇ, ਜਿਸ ਵਿੱਚ 1965 ਵਿੱਚ ਜਰਮਨੀ ਦੀ ਇੱਕ ਸ਼ਾਨਦਾਰ ਯਾਤਰਾ ਵੀ ਸ਼ਾਮਲ ਸੀ। ਉਹ 5 ਦਹਾਕਿਆਂ ਤੋਂ ਵੱਧ ਸਮੇਂ ਵਿੱਚ ਉੱਥੇ ਰਾਜ ਦਾ ਦੌਰਾ ਕਰਨ ਵਾਲੀ ਪਹਿਲੀ ਬ੍ਰਿਟਿਸ਼ ਬਾਦਸ਼ਾਹ ਬਣ ਗਈ। 1970 ਅਤੇ 1980 ਦੇ ਦਹਾਕੇ ਦੌਰਾਨ ਐਲਿਜ਼ਬੇਥ ਨੇ ਵਿਆਪਕ ਤੌਰ ਤੇ ਯਾਤਰਾ ਕਰਨਾ ਜਾਰੀ ਰੱਖਿਆ। 1973 ਵਿੱਚ ਉਸਨੇ ਓਟਾਵਾ, ਕੈਨੇਡਾ ਵਿੱਚ ਕਾਮਨਵੈਲਥ ਕਾਨਫਰੰਸ ਵਿੱਚ ਭਾਗ ਲਿਆ ਅਤੇ 1976 ਵਿੱਚ ਬਰਤਾਨੀਆ ਤੋਂ ਅਮਰੀਕਾ ਦੀ ਆਜ਼ਾਦੀ ਦੀ 200ਵੀਂ ਵਰ੍ਹੇਗੰਢ ਦੇ ਜਸ਼ਨ ਲਈ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਕੀਤੀ। ਇੱਕ ਹਫ਼ਤੇ ਤੋਂ ਵੱਧ ਬਾਅਦ ਉਹ ਗਰਮੀਆਂ ਦੀਆਂ ਓਲੰਪਿਕ ਖੇਡਾਂ ਦੀ ਸ਼ੁਰੂਆਤ ਕਰਨ ਲਈ ਮੌਂਟਰੀਅਲ, ਕੈਨੇਡਾ ਵਿੱਚ ਸੀ। 1969 ਵਿੱਚ ਉਸਨੇ ਕੁਵੈਤ, ਬਹਿਰੀਨ, ਸਾਊਦੀ ਅਰਬ, ਕਤਰ, ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਦੀ ਯਾਤਰਾ ਕੀਤੀ, ਜਿਸ ਨੇ ਅੰਤਰਰਾਸ਼ਟਰੀ ਧਿਆਨ ਅਤੇ ਵਿਆਪਕ ਸਨਮਾਨ ਪ੍ਰਾਪਤ ਕੀਤਾ। 2011 ਵਿੱਚ ਐਲਿਜ਼ਬੇਥ ਨੇ ਦਿਖਾਇਆ ਕਿ ਤਾਜ ਵਿੱਚ ਅਜੇ ਵੀ ਪ੍ਰਤੀਕਾਤਮਕ ਅਤੇ ਕੂਟਨੀਤਕ ਸ਼ਕਤੀ ਸੀ। ਜਦੋਂ 1911 ਤੋਂ ਬਾਅਦ ਆਇਰਲੈਂਡ ਗਣਰਾਜ ਦਾ ਦੌਰਾ ਕਰਨ ਵਾਲੀ ਪਹਿਲੀ ਬ੍ਰਿਟਿਸ਼ ਰਾਜੇ ਬਣ ਗਈ ਸੀ। ਰਾਣੀ ਵਜੋਂ ਐਲਿਜ਼ਬੇਥ ਨੇ ਰਾਜਸ਼ਾਹੀ ਦਾ ਆਧੁਨਿਕੀਕਰਨ ਕੀਤਾ, ਜਿਵੇਂ ਕਿ ਬ੍ਰਿਟਨ ਅਤੇ ਹੋਰ ਰਾਸ਼ਟਰ ਵਿੱਤੀ ਤੌਰ ਤੇ ਸੰਘਰਸ਼ ਕਰ ਰਹੇ ਸਨ। ਬ੍ਰਿਟਨ ਨੇ 2012 ਵਿੱਚ ਸਿਵਲ ਸੂਚੀ ਨੂੰ ਖਤਮ ਕਰ ਦਿੱਤਾ, ਜੋ ਕਿ ਲਗਭਗ 250 ਸਾਲ ਪੁਰਾਣੀ ਰਾਜਸ਼ਾਹੀ ਦੀ ਇੱਕ ਜਨਤਕ ਫੰਡਿੰਗ ਪ੍ਰਣਾਲੀ ਸੀ। ਸ਼ਾਹੀ ਪਰਿਵਾਰ ਨੂੰ ਕੁਝ ਸਰਕਾਰੀ ਸਹਾਇਤਾ ਮਿਲਦੀ ਰਹਿੰਦੀ ਹੈ, ਪਰ ਰਾਣੀ ਨੇ ਖਰਚਿਆਂ ਵਿੱਚ ਕਟੌਤੀ ਕਰ ਦਿੱਤੀ। ਅਗਸਤ 2019 ਵਿੱਚ ਐਲਿਜ਼ਬੇਥ ਨੇ ਰਾਜਨੀਤਿਕ ਮਾਮਲਿਆਂ ਵਿੱਚ ਇੱਕ ਦੁਰਲੱਭ ਘੁਸਪੈਠ ਕੀਤੀ, ਜਦੋਂ ਉਸਨੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੁਆਰਾ 14 ਅਕਤੂਬਰ ਤੱਕ ਸੰਸਦ ਨੂੰ ਮੁਅੱਤਲ ਕਰਨ ਦੀ ਬੇਨਤੀ ਲਈ ਸਹਿਮਤੀ ਦਿੱਤੀ। ਐਲਿਜ਼ਬੇਥ ਨੇ ਆਪਣੇ ਸ਼ਾਸਨ ਦੌਰਾਨ 15 ਪ੍ਰਧਾਨ ਮੰਤਰੀਆਂ ਨੂੰ ਸੱਤਾ ਵਿੱਚ ਰੱਖਿਆ ਸੀ। ਰਾਣੀ ਅਤੇ ਪ੍ਰਧਾਨ ਮੰਤਰੀ ਦੀ ਹਫ਼ਤਾਵਾਰੀ ਗੁਪਤ ਮੀਟਿੰਗ ਹੁੰਦੀ ਸੀ। ਉਸਨੇ ਪ੍ਰਸਿੱਧ ਵਿੰਸਟਨ ਚਰਚਿਲ ਨਾਲ ਪਿਤਾ ਰੂਪ ਰਿਸ਼ਤੇ ਦਾ ਆਨੰਦ ਮਾਣਿਆ ਅਤੇ ਬਾਅਦ ਵਿੱਚ ਲੇਬਰ ਨੇਤਾਵਾਂ ਹੈਰੋਲਡ ਵਿਲਸਨ ਅਤੇ ਜੇਮਸ ਕੈਲਾਗਨ ਨਾਲ ਕੁਝ ਹੱਦ ਤੱਕ ਢਿੱਲਾ ਹੋਣ ਅਤੇ ਕੁਝ ਗੈਰ ਰਸਮੀ ਰਹਿਣ ਦੇ ਯੋਗ ਹੋ ਗਈ। ਇਸ ਦੇ ਉਲਟ ਉਸਦਾ ਅਤੇ ਮਾਰਗਰੇਟ ਥੈਚਰ ਦਾ ਇੱਕ ਬਹੁਤ ਹੀ ਰਸਮੀ ਦੂਰ ਦਾ ਰਿਸ਼ਤਾ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਵੱਖ-ਵੱਖ ਮੁੱਦਿਆਂ ਤੇ ਰਾਣੀ ਲਈ ਇੱਕ ਗ੍ਰੇਟਿੰਗ ਲੈਕਚਰਾਰ ਬਣਦੇ ਸਨ। ਟੋਨੀ ਬਲੇਅਰ ਨੇ ਰਾਜਸ਼ਾਹੀ ਦੇ ਆਲੇ-ਦੁਆਲੇ ਦੇ ਕੁਝ ਸੰਕਲਪਾਂ ਨੂੰ ਕੁਝ ਹੱਦ ਤੱਕ ਪੁਰਾਣਾ ਸਮਝਿਆ। ਹਾਲਾਂਕਿ ਉਸਨੇ ਡਾਇਨਾ ਦੀ ਮੌਤ ਤੋਂ ਬਾਅਦ ਐਲਿਜ਼ਬੇਥ ਦੇ ਇੱਕ ਜਨਤਕ ਬਿਆਨ ਦੀ ਸ਼ਲਾਘਾ ਕੀਤੀ। ਬਾਅਦ ਵਿੱਚ
ਕੰਜ਼ਰਵੇਟਿਵ ਨੇਤਾ ਡੇਵਿਡ ਕੈਮਰਨ ਨੇ ਮਹਾਰਾਣੀ ਨਾਲ ਗਰਮਜੋਸ਼ੀ ਦਾ ਆਨੰਦ ਮਾਣਿਆ। ਉਸਨੇ 2014 ਵਿੱਚ ਇੱਕ ਗੱਲਬਾਤ ਵਿੱਚ ਇਹ ਖੁਲਾਸਾ ਕਰਨ ਲਈ ਮਾਫੀ ਮੰਗੀ ਕਿ ਉਹ ਗ੍ਰੇਟ ਬ੍ਰਿਟੇਨ ਤੋਂ ਆਜ਼ਾਦੀ ਦੀ ਮੰਗ ਕਰਨ ਲਈ ਸਕਾਟਿਸ਼ ਜਨਮਤ ਸੰਗ੍ਰਹਿ ਦੇ ਵਿਰੁੱਧ ਸੀ। ਐਲਿਜ਼ਬੇਥ ਨੇ ਬਾਦਸ਼ਾਹੀ ਦੇ ਅਕਸ ਨੂੰ ਬਚਾਉਣ ਅਤੇ ਇਸ ਦੇ ਭਵਿੱਖ ਲਈ ਤਿਆਰ ਕਰਨ ਲਈ ਅਣਥੱਕ ਮਿਹਨਤ ਕੀਤੀ, ਪਰ ਉਸਨੇ ਆਪਣੇ ਜੀਵਨ ਕਾਲ ਦੌਰਾਨ ਰਾਜਸ਼ਾਹੀ ਨੂੰ ਹਮਲਾ ਕਰਦਿਆਂ ਵੇਖਿਆ। ਇੱਕ ਵਾਰ ਸਤਿਕਾਰੀ ਜਾਣ ਵਾਲੀ ਸੰਸਥਾ ਨੇ ਸ਼ਾਹੀ ਪਰਿਵਾਰ ਦੇ ਵਿਰੁੱਧ ਮੌਤ ਦੀਆਂ ਧਮਕੀਆਂ ਸਮੇਤ ਕਈ ਤੂਫਾਨਾਂ ਦਾ ਸਾਹਮਣਾ ਕੀਤਾ। 1969 ਵਿੱਚ ਐਲਿਜ਼ਬੇਥ ਨੂੰ ਇੱਕ ਮਹੱਤਵਪੂਰਨ ਨਿੱਜੀ ਨੁਕਸਾਨ ਹੋਇਆ ਜਦੋਂ ਉਸਦੇ ਪਤੀ ਦੇ ਚਾਚਾ ਲਾਰਡ ਮਾਊਂਟਬੈਟਨ ਦੀ ਇੱਕ ਅੱਤਵਾਦੀ ਬੰਬਾਰੀ ਵਿੱਚ ਮੌਤ ਹੋ ਗਈ। ਮਾਊਂਟਬੈਟਨ ਅਤੇ ਉਸਦੇ ਪਰਿਵਾਰ ਦੇ ਕਈ ਮੈਂਬਰ 27 ਅਗਸਤ ਨੂੰ ਆਇਰਲੈਂਡ ਦੇ ਪੱਛਮੀ ਤੱਟ ਤੇ ਉਸਦੀ ਕਿਸ਼ਤੀ ਤੇ ਸਵਾਰ ਸਨ ਜਦੋਂ ਕਿਸ਼ਤੀ ਫਟ ਗਈ। ਜੂਨ 1981 ਵਿੱਚ ਐਲਿਜ਼ਬੇਥ ਦਾ ਖੁਦ ਇੱਕ ਖਤਰਨਾਕ ਮੁਕਾਬਲਾ ਹੋਇਆ ਸੀ। ਉਹ ਆਪਣੇ ਅਧਿਕਾਰਤ ਜਨਮ ਦਿਨ ਦਾ ਜਸ਼ਨ ਮਨਾਉਣ ਲਈ ਇੱਕ ਵਿਸ਼ੇਸ਼ ਫੌਜੀ ਪਰੇਡ ਟਰੂਪਿੰਗ ਦੀ ਕਲਰ ਵਿੱਚ ਸਵਾਰ ਸੀ ਜਦੋਂ ਭੀੜ ਵਿੱਚ ਇੱਕ ਵਿਅਕਤੀ ਨੇ ਉਸ ਵੱਲ ਬੰਦੂਕ ਦਾ ਇਸ਼ਾਰਾ ਕੀਤਾ। ਉਸਨੇ ਗੋਲੀਬਾਰੀ ਕੀਤੀ ਪਰ ਖੁਸ਼ਕਿਸਮਤੀ ਨਾਲ ਗੋਲੀ ਨਹੀਂ ਲੱਗੀ। ਅਗਲੇ ਸਾਲ ਐਲਿਜ਼ਬੇਥ ਨੂੰ ਇੱਕ ਹੋਰ ਨਜ਼ਦੀਕੀ ਕਾਲ ਆਈ ਜਦੋਂ ਇੱਕ ਘੁਸਪੈਠੀਆ ਬਕਿੰਗਮ ਪੈਲੇਸ ਵਿੱਚ ਦਾਖਲ ਹੋਇਆ ਅਤੇ ਉਸਦੇ ਬੈਡਰੂਮ ਵਿੱਚ ਉਸਦਾ ਸਾਹਮਣਾ ਕੀਤਾ। ਜਦੋਂ ਪ੍ਰੈਸ ਨੂੰ ਇਸ ਤੱਥ ਦੀ ਹਵਾ ਮਿਲੀ ਕਿ ਇਸ ਘਟਨਾ ਦੌਰਾਨ ਪ੍ਰਿੰਸ ਫਿਲਿਪ ਕਿਤੇ ਵੀ ਨਹੀਂ ਸੀ ਤਾਂ ਉਹਨਾਂ ਨੇ ਸ਼ਾਹੀ ਵਿਆਹ ਦੀ ਸਥਿਤੀ ਬਾਰੇ ਅੰਦਾਜ਼ਾ ਲਗਾਇਆ। ਚਾਰਲਸ ਦੇ ਤਲਾਕ ਸਮੇਂ ਰਾਣੀ ਚਾਰਲਸ ਅਤੇ ਡਾਇਨਾ ਦੇ ਦੋ ਪੁੱਤਰਾਂ ਪ੍ਰਿੰਸ ਵਿਲੀਅਮ ਅਤੇ ਪ੍ਰਿੰਸ ਹੈਰੀ ਦੇ ਨਾਲ ਸਕਾਟਲੈਂਡ ਵਿੱਚ ਆਪਣੀ ਬਾਲਮੋਰਲ ਅਸਟੇਟ ਵਿੱਚ ਸੀ। ਕਈ ਦਿਨਾਂ ਤੱਕ ਐਲਿਜ਼ਬੇਥ ਚੁੱਪ ਰਹੀ ਜਦੋਂ ਕਿ ਦੇਸ਼ ਨੇ ਡਾਇਨਾ ਦੇ ਦੇਹਾਂਤ ਤੇ ਸੋਗ ਮਨਾਇਆ ਅਤੇ ਉਸ ਦੀ ਪ੍ਰਤੀਕਿਰਿਆ ਦੀ ਘਾਟ ਲਈ ਉਸ ਦੀ ਤਿੱਖੀ ਆਲੋਚਨਾ ਕੀਤੀ ਗਈ। ਕਹਾਣੀਆਂ ਪ੍ਰਸਾਰਿਤ ਕੀਤੀਆਂ ਗਈਆਂ ਕਿ ਰਾਣੀ ਡਾਇਨਾ ਨੂੰ ਸ਼ਾਹੀ ਅੰਤਮ ਸੰਸਕਾਰ ਨਹੀਂ ਦੇਣਾ ਚਾਹੁੰਦਾ ਸੀ, ਜਿਸ ਨਾਲ ਸਿਰਫ ਬਾਦਸ਼ਾਹ ਦੇ ਖਿਲਾਫ ਜਨਤਕ ਭਾਵਨਾਵਾਂ ਵਧੀਆਂ। ਡਾਇਨਾ ਦੀ ਮੌਤ ਤੋਂ ਲਗਭਗ ਇੱਕ ਹਫ਼ਤੇ ਬਾਅਦ ਐਲਿਜ਼ਬੇਥ ਲੰਡਨ ਵਾਪਸ ਆਈ ਅਤੇ ਮਰਹੂਮ ਰਾਜਕੁਮਾਰੀ ਬਾਰੇ ਇੱਕ ਬਿਆਨ ਜਾਰੀ ਕੀਤਾ। ਐਲਿਜ਼ਬੇਥ ਨੇ ਸ਼ੁਰੂਆਤ ਵਿੱਚ ਆਪਣੇ ਬੇਟੇ ਚਾਰਲਸ ਅਤੇ ਕੈਮਿਲਾ ਪਾਰਕਰ ਬਾਊਜ਼ ਦੇ ਵਿਚਕਾਰ ਸੰਬੰਧਾਂ ਤੇ ਵੀ ਇਤਰਾਜ਼ ਕੀਤਾ ਸੀ। ਚਾਰਲਸ ਅਤੇ ਕੈਮਿਲਾ ਨੇ ਆਪਣੇ ਪਰਿਵਾਰ ਨੂੰ ਮਿਲਣ ਤੋਂ ਕਈ ਸਾਲ ਪਹਿਲਾਂ ਡੇਟ ਕੀਤੀ ਸੀ, ਪਰ ਪਰਿਵਾਰ ਦੇ ਦਬਾਅ ਹੇਠ ਇਹ ਰਿਸ਼ਤਾ ਖਤਮ ਹੋ ਗਿਆ। ਰਸਮ ਅਤੇ ਪਰੰਪਰਾ ਲਈ ਇੱਕ ਸਟੀਲਰ ਵਜੋਂ ਜਾਣੀ ਜਾਂਦੀ ਹੈ, ਉਸਨੇ ਆਖਰਕਾਰ ਬਾਅਦ ਆਪਣੇ ਰੁਖ ਨੂੰ ਨਰਮ ਕਰਨ ਦੇ ਸੰਕੇਤ ਦਿਖਾਏ। ਜਦੋਂ ਚਾਰਲਸ ਅਤੇ ਕੈਮਿਲਾ ਨੇ 2005 ਵਿੱਚ ਵਿਆਹ ਕੀਤਾ ਤਾਂ ਐਲਿਜ਼ਬੇਥ ਅਤੇ ਪ੍ਰਿੰਸ ਫਿਲਿਪ ਸਿਵਲ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਏ, ਪਰ ਇੱਕ ਧਾਰਮਿਕ ਆਸ਼ੀਰਵਾਦ ਵਿੱਚ ਸ਼ਾਮਲ ਹੋਏ ਅਤੇ ਵਿੰਡਸਰ ਕੈਸਲ ਵਿੱਚ ਉਹਨਾਂ ਦੇ ਸਨਮਾਨ ਵਿੱਚ ਇੱਕ ਰਿਸੈਪਸ਼ਨ ਦਾ ਆਯੋਜਨ ਕੀਤਾ। 21ਵੀਂ ਸਦੀ ਦੀ ਸ਼ੁਰੂਆਤ ਤੋਂ ਬਾਅਦ ਐਲਿਜ਼ਬੇਥ ਨੂੰ ਦੋ ਵੱਡੇ ਨੁਕਸਾਨ ਹੋਏ। ਉਸਨੇ 2002 ਵਿੱਚ ਆਪਣੀ ਭੈਣ ਮਾਰਗਰੇਟ ਅਤੇ ਉਸਦੀ ਮਾਂ ਦੋਵਾਂ ਨੂੰ ਅਲਵਿਦਾ ਕਿਹਾ। ਮਾਰਗਰੇਟ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਨਾਲੋਂ ਇੱਕ ਸਾਹਸੀ ਰੂਪ ਵਜੋਂ ਜਾਣੀ ਜਾਂਦੀ ਹੈ ਅਤੇ ਜਿਸ ਨੂੰ ਸ਼ੁਰੂਆਤੀ ਪਿਆਰ ਨਾਲ ਵਿਆਹ ਕਰਨ ਤੋਂ ਰੋਕਿਆ ਗਿਆ ਸੀ। ਕੁਝ ਹਫ਼ਤਿਆਂ ਬਾਅਦ ਐਲਿਜ਼ਬੇਥ ਦੀ ਮਾਂ, ਜੋ ਕਿ ਰਾਣੀ ਮਾਂ ਵਜੋਂ ਜਾਣੀ ਜਾਂਦੀ ਸੀ, ਉਸਦੀ 30 ਮਾਰਚ ਨੂੰ 101 ਸਾਲ ਦੀ ਉਮਰ ਵਿੱਚ ਰਾਇਲ ਲਾਜ਼ ਵਿੱਚ ਮੌਤ ਹੋ ਗਈ। ਐਲਿਜ਼ਬੇਥ ਨੇ 2012 ਵਿੱਚ ਆਪਣੀ ਡਾਇਮੰਡ ਜੁਬਲੀ ਮਨਾਈ। ਰਾਣੀ ਵਜੋਂ 60 ਸਾਲ ਪੂਰੇ ਹੋ ਗਏ। ਜੁਬਲੀ ਤਿਉਹਾਰਾਂ ਦੇ ਹਿੱਸੇ ਵਜੋਂ 4 ਜੂਨ ਨੂੰ ਸ਼ਰਲੀ ਬਾਸੀ, ਪਾਲ ਮੈਕਕਾਰਟਨੀ, ਟੌਮ ਜੌਨਸ, ਸਟੀਵੀ ਵੰਡਰ ਅਤੇ ਕਾਈਲੀ ਮਿਨੋਗ ਦੀ ਪਸੰਦ ਦੀ ਵਿਸ਼ੇਸ਼ਤਾ ਵਾਲੇ ਇੱਕ ਵਿਸ਼ੇਸ਼ BBC ਸੰਗੀਤ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ। ਇਸ ਇਤਿਹਾਸਕ ਸਮਾਗਮ ਵਿੱਚ ਐਲਿਜ਼ਬੇਥ ਆਪਣੇ ਪਤੀ ਫਿਲਿਪ, ਪੁੱਤਰ ਚਾਰਲਸ ਅਤੇ ਪੋਤੇ ਹੈਰੀ ਅਤੇ ਵਿਲੀਅਮ ਸਮੇਤ ਪਰਿਵਾਰ ਨਾਲ ਘਿਰੀ ਹੋਈ ਸੀ। 9 ਸਤੰਬਰ 2015 ਨੂੰ ਉਸਨੇ ਆਪਣੀ ਪੜਦਾਦੀ ਮਹਾਰਾਣੀ ਵਿਕਟੋਰੀਆ ਨੂੰ ਬ੍ਰਿਟੇਨ ਦੇ ਸਭ ਤੋਂ ਲੰਬੇ ਸਮੇਂ ਤੱਕ ਰਾਜ ਕਰਨ ਵਾਲੇ ਰਾਜੇ ਵਜੋਂ ਪਿੱਛੇ ਛੱਡ ਦਿੱਤਾ, ਜਿਸ ਨੇ 63 ਸਾਲਾਂ ਤੱਕ ਰਾਜ ਕੀਤਾ। 6 ਫਰਵਰੀ 2017 ਨੂੰ ਰਾਣੀ ਨੇ ਗੱਦੀ ਤੇ ਬੈਠ ਕੇ 65 ਸਾਲ ਪੂਰੇ ਕੀਤੇ, ਜੋ ਕਦੇ ਵੀ ਆਪਣੀ ਨੀਲਮ ਜੁਬਲੀ ਬਣਾਉਣ ਵਾਲੀ ਇਕਲੌਤੀ ਬ੍ਰਿਟਿਸ਼ ਬਾਦਸ਼ਾਹ ਸੀ। ਇਹ ਤਾਰੀਖ ਉਸਦੇ ਪਿਤਾ ਦੀ ਮੌਤ ਦੀ ਵਰ੍ਹੇਗੰਢ ਨੂੰ ਵੀ ਦਰਸਾਉਂਦੀ ਹੈ। ਰਾਣੀ ਨੇ ਲੰਡਨ ਦੇ ਉੱਤਰ ਵਿੱਚ ਸਥਿਤ ਆਪਣੀ ਕੰਟਰੀ ਐਸਟੇਟ ਸੈਂਡਰਿੰਗਮ ਵਿੱਚ ਚੁੱਪਚਾਪ ਦਿਨ ਬਿਤਾਉਣ ਦਾ ਫੈਸਲਾ ਕੀਤਾ, ਜਿੱਥੇ ਉਹ ਇੱਕ ਚਰਚ ਸੇਵਾ ਵਿੱਚ ਸ਼ਾਮਲ ਹੋਈ। ਲੰਡਨ ਵਿੱਚ ਗ੍ਰੀਨ ਪਾਰਕ ਅਤੇ ਲੰਡਨ ਦੇ ਟਾਵਰ ਵਿਖੇ ਇਸ ਮੌਕੇ ਨੂੰ ਚਿੰਨ੍ਹਿਤ ਕਰਨ ਲਈ ਸ਼ਾਹੀ ਤੋਪਾਂ ਦੀ ਸਲਾਮੀ ਦਿੱਤੀ ਗਈ। ਰਾਇਲ ਟਕਸਾਲ ਨੇ ਰਾਣੀ ਦੀ ਨੀਲਮ ਜੁਬਲੀ ਦੇ ਸਨਮਾਨ ਵਿੱਚ 98 ਯਾਦਗਾਰੀ ਸਿੱਕੇ ਵੀ ਜਾਰੀ ਕੀਤੇ। 2022 ਵਿੱਚ ਰਾਜ ਨੇ ਐਲਿਜ਼ਬੇਥ ਦਾ ਪਲੈਟੀਨਮ ਜੁਬਲੀ ਸਾਲ ਮਨਾਇਆ। ਉਹ ਉਸ ਮੀਲ ਪੱਥਰ ਤੇ ਪਹੁੰਚਣ ਵਾਲੀ ਪਹਿਲੀ ਬ੍ਰਿਟਿਸ਼ ਬਾਦਸ਼ਾਹ ਸੀ ਜੋ ਗੱਦੀ ਤੇ 70 ਸਾਲ ਦੀ ਨਿਸ਼ਾਨਦੇਹੀ ਕਰਦਾ ਹੈ। ਐਲਿਜ਼ਬੇਥ ਦੇ ਬੀਤੇ ਦਿਨੀ 8 ਸਤੰਬਰ 2022 ਨੂੰ ਆਪਣਾ ਬਾਲਮੋਲ ਅਸਟੇਟ ਵਿਖੇ ਸ਼ਾਂਤੀਪੂਰਵਕ ਮੌਤ ਹੋਈ। ਉਹ 96 ਸਾਲਾਂ ਦੀ ਸੀ। ਇਤਿਹਾਸ ਤੇ ਦੇਸ਼ ਵਿਦੇਸ਼ ਤੋਂ ਜੁੜੀ ਜ਼ਰੂਰੀ ਤੇ ਦਿਲਚਸਪ ਜਾਣਕਾਰੀ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ।